Hello students, welcome you all in biology class. Dear students, ਅੱਜ ਅਸੀਂ chapter 8 ਦਾ second part ਜਿਸ 'ਚ ਅਸੀਂ cell membrane and endomembrane system ਦੀ study ਕਰਾਂਗੇ। ਸਭ ਤੋਂ ਪਹਿਲੀ term ਆਉਂਦੀ ਹੈ ਬੇਟਾ plasma membrane or cell membrane. What is this plasma membrane and where it is present? Plasma membrane is present in every cell and it is the outermost covering of a cell in animal cells. Plant cells ਦੇ ਵਿੱਚ further cell wall भी present ਹੁੰਦੀ ਹੈ। plasma membrane major protect ਕਰ ਰਹੀ ਹੈ cell ਨੂੰ ਤੇ plus transport of materials occurs through this plasma membrane. ਹੁਣ plasma membrane ਦਾ structure ਕੀ ਹੈ? Plasma membrane, it is also called as cell membrane. It is composed of lipids. Lipids are arranged in two layers called as bilayer. Lipid ਦੇ ਵਿੱਚ ਬੇਟਾ mainly component ਹੁੰਦਾ phosphoglycerides. Important term ਆ phosphoglycerides. Protein is also present in cell membrane. ਤੇ ਉਹ ਜੋ protein present ਆ lipids ਦੇ ਨਾਲ ਉਹ in between buried in the membrane भी हो सकता और peripheral lies on the surface. Next ਸਾਨੂੰ diagram ਦੇ ਵਿੱਚ better clear ਹੋਊਗਾ ਕਿ plasma membrane ਦਾ structure ਕੀ ਹੈ। ਤਾਂ ਇਹ simplified ਜੋ model next ਅਸੀਂ ਕਰਨਾ Singer and Nicholson ਨੇ model ਦਿੱਤਾ ਸੀ ਇਹ plasma membrane ਦਾ। ਇਹ simplified view ਆ ਤੁਹਾਡੀ book 'ਚ ਥੋੜਾ ਜਿਹਾ ਦਿੱਤਾ ਹੋਇਆ ਮਾਡਲ ਔਖਾ ਵਾ ਬਣਾਉਣਾ ਤੁਸੀਂ ਇਹ ਵੀ ਡਰਾ ਕਰ ਸਕਦੇ ਹੋ। ਤਾਂ ਇਸ ਦੇ ਵਿੱਚ ਬੇਟਾ ਅਸੀਂ ਦੇਖ ਰਹੇ ਹਾਂ ਲਿਪਿਡਸ ਆਰ ਪ੍ਰੈਜ਼ੈਂਟ ਇਨ ਬਾਈਲੇਅਰ ਟੂ ਲੇਅਰਸ ਆਫ ਲਿਪਿਡਸ ਆਰ ਪ੍ਰੈਜ਼ੈਂਟ ਇਨ ਬਿਟਵੀਨ ਠੀਕ ਹੈ ਪ੍ਰੋਟੀਨਸ ਆਰ ਪ੍ਰੈਜ਼ੈਂਟ ਦੇ ਮੇ ਬੀ ਕਾਲਡ ਐਸ ਚੈਨਲ ਪ੍ਰੋਟੀਨਸ ਜਿਨ੍ਹਾਂ ਦੇ ਅੰਦਰ ਇੱਕ ਚੈਨਲ ਬਣਿਆ ਹੋਇਆ ਮਟੀਰੀਅਲਸ ਨੂੰ ਅਲਾਉ ਕਰਦੇ ਆ ਟੂ ਪਾਸ ਥਰੂ ਠੀਕ ਹੈ ਸਿਲੈਕਟਡ ਮਟੀਰੀਅਲਸ ਨੂੰ। ਨੈਕਸਟ ਕੈਰੀਅਰ ਪ੍ਰੋਟੀਨਸ ਆਰ ਦੇਅਰ ਜਿਹੜੇ ਕਿ ਇੱਕ ਸਾਈਡ ਤੋਂ ਕਿਸੇ ਪਰਟੀਕੂਲਰ ਮੋਲੀਕਿਊਲ ਨੂੰ ਕੈਰੀ ਕਰਦੇ ਆ ਅਤੇ ਉਹਨੂੰ ਟਰਾਂਸਪੋਰਟ ਕਰਦੇ ਆ ਦੂਸਰੀ ਸਾਈਡ ਠੀਕ। ਆਲਸੋ ਗਲਾਈਕੋਪ੍ਰੋਟੀਨਸ ਆਰ ਆਲਸੋ ਪ੍ਰੈਜ਼ੈਂਟ ਹੇਅਰ ਠੀਕ ਹੈ। ਪੈਰੀਫਰਲ ਪ੍ਰੋਟੀਨਸ ਆਊਟਸਾਈਡ ਦਾ ਸੈੱਲ ਜੋ ਪੈਰੀਫਰੀ ਆ ਲਿਪਿਡ ਬਾਈਲੇਅਰ ਦੇ ਆਊਟਰ ਸਾਈਡਸ ਨੇ ਉੱਥੇ ਪ੍ਰੈਜ਼ੈਂਟ ਹੁੰਦੇ ਨੇ। ਹੁਣ ਇੱਕ ਲਿਪਿਡ ਦਾ ਜੋ ਇੱਕ ਮੋਲੀਕਿਊਲ ਆ ਇਟ ਇਜ਼ ਮੇਡ ਅਪ ਆਫ ਆ ਹਾਈਡਰੋਫਿਲਿਕ ਹੈਡ ਫੋਸਫੇਟ ਹੈਡ ਹੁੰਦਾ ਅਤੇ ਫੈਟੀ ਐਸਿਡ ਦੀਆਂ ਜੋ ਟੇਲਸ ਨੇ ਮੋਸਟਲੀ ਠੀਕ ਹੈ ਦੇ ਆਰ ਹਾਈਡਰੋਫੋਬਿਕ ਤਾਂ ਕਰਕੇ ਇੱਦਾਂ ਅਰੇਂਜ ਹੁੰਦਾ ਜੋ ਹਾਈਡਰੋਫੋਬਿਕ ਟੇਲਸ ਨੇ ਠੀਕ ਹੈ ਐਕੁਅਸ ਜੋ ਨੇਚਰ ਆ ਅਲੋਂਗ ਦਿਸ ਲਿਪਿਡ ਬਾਈਲੇਅਰ ਤਾਂ ਐਕੁਅਸ ਨੇਚਰ ਤੋਂ ਨੂੰ ਰਿਪੈਲ ਕਰਦਾ ਇਹ ਨੋਨ ਪੋਲਰ ਟੇਲਸ ਨੇ ਜਿਹੜੀਆਂ ਇਸ ਕਰਕੇ ਇਹ ਅੰਦਰ ਨੂੰ ਅਰੇਂਜ ਹੋ ਜਾਂਦੀਆਂ ਨੇ ਬੇਟਾ ਇਸ ਲਈ ਇਹ ਲਿਪਿਡ ਬਾਈਲੇਅਰ ਦਾ ਸਟਰਕਚਰ ਹੈ ਇਸ ਤਰ੍ਹਾਂ ਠੀਕ ਹੈ। ਅਤੇ ਜਿਹਦੇ ਵਿੱਚ ਇੱਦਾਂ ਪ੍ਰੋਟੀਨਸ ਨੇ ਪੈਰੀਫਰਲ ਵੀ ਹੋ ਸਕਦੇ ਨੇ ਅਤੇ ਇੰਟੈਗਰਲ ਵੀ ਹੋ ਸਕਦੇ ਨੇ। ਨੈਕਸਟ ਜੋ ਮਾਡਲ ਜੋ ਅਸੀਂ ਪਹਿਲਾਂ ਦੇਖਿਆ ਦੈਟ ਵਾਜ਼ ਗਿਵਨ ਬਾਏ ਸਿੰਗਰ ਐਂਡ ਨਿਕੋਲਸਨ ਇਨ 1972 ਅਤੇ ਇਸ ਮਾਡਲ ਦਾ ਨਾਮ ਉਹਨਾਂ ਨੇ ਦਿੱਤਾ ਫਲੂਇਡ ਮੋਜ਼ੇਕ ਮਾਡਲ। ਹੁਣ ਅਸੀਂ ਪਹਿਲਾਂ ਵੀ ਹੁਣੇ ਦੇਖ ਕੇ ਚੁੱਕੇ ਹਾਂ ਕਿ ਹੁਣ ਇਹ ਫਲੂਇਡ ਮੋਜ਼ੇਕ ਨਾਮ ਕਿਉਂ ਦਿੱਤਾ ਕਿਉਂਕਿ ਇਹਦੇ ਵਿੱਚ ਕੋਸੀ ਫਲੂਇਡ ਨੇਚਰ ਆ ਲਿਪਿਡ ਦੀ ਵਿਚ ਇਨੇਬਲ ਲੇਟਰਲ ਮੂਵਮੈਂਟ ਆਫ ਪ੍ਰੋਟੀਨ ਵਿਦਿਨ ਇਟ ਠੀਕ ਹੈ। ਪ੍ਰੋਟੀਨਸ ਨੇ ਜਿਹੜੇ ਉਹ ਮੂਵ ਕਰਦੇ ਨੇ ਇਹਦੇ ਵਿੱਚ ਵਿਦਿਨ ਦਾ ਬਾਈਲੇਅਰ ਸੋ ਦੈਟਸ ਵਾਈ ਇਟ ਇਜ਼ ਕਾਲਡ ਐਜ਼ ਫਲੂਇਡ ਮੋਜ਼ੇਕ ਮਾਡਲ। What is the main function of plasma membrane? It is the transport of molecules across it and it is selectively permeable. बहुत important term है बेटा selectively permeable the means क्या it is a property of cell membrane that only allows certain molecules to enter or exit the cell ठीक है। सारे ही molecules जो पास नहीं होंगे particular molecules ਨੂੰ ही allow करती है membrane। ਨੈਕਸਟ ਸਲਾਈਡ ਦੇ ਵਿੱਚ ਜ਼ਿਆਦਾ ਕਲੈਰਿਟੀ ਹੋਊਗੀ। ਹੇਅਰ ਇੱਕ ਲਿਪਿਡ ਬਾਈਲੇਅਰ ਹੈ ਬੇਟਾ ਇਹਦੇ 'ਚੋਂ ਨੋਨ ਚਾਰਜ ਜੋ ਮੋਲੀਕਿਊਲਸ ਨੇ ਉਹ ਡਾਇਰੈਕਟਲੀ ਪਾਸ ਹੋ ਸਕਦੇ ਨੇ ਬਟ ਉਹ ਵੀ ਅਕੋਰਡਿੰਗ ਟੂ ਦੇਅਰ ਗ੍ਰੇਡੀਐਂਟ ਹੋਣਗੇ ਬੇਟਾ ਟਰਮ ਗ੍ਰੇਡੀਐਂਟ ਠੀਕ ਹੈ। ਜਨਰਲੀ ਜਿਹੜੀ ਇਹ ਟਰਮ ਆ ਉਹ ਅਸੀਂ ਫਿਜ਼ੀਓਲੋਜੀ ਆਫ ਪਲਾਂਟਸ ਜੋ ਯੂਨਿਟ ਕਰਨੀ ਹੈ ਉਹਦੇ 'ਚ ਸਾਨੂੰ ਕਲੀਅਰ ਹੁੰਦੀ ਹੈ। ਗ੍ਰੇਡੀਐਂਟ ਕੀ ਹੁੰਦਾ ਕਿ
ਮੰਨ ਲਓ ਇੱਕ ਮੈਂਬਰੇਨ ਹੈ, ਉਹਦੀਆਂ ਦੋ ਸਾਈਡ ਨੇ, ਸਾਈਡ 1 ਤੇ ਸਾਈਡ 2, ਤੇ ਇੱਥੇ ਮੰਨ ਲਓ ਵਾਟਰ ਜੋ H2O ਉਹਦੀ ਜ਼ਿਆਦਾ ਅਮਾਊਂਟ ਪ੍ਰੈਜੈਂਟ ਆ, ਸੈਕਿੰਡ ਸਾਈਡ ਲੋਅਰ ਸਾਈਡ ਆ, ਤਾਂ ਇਹਦੇ 'ਚ ਕੰਸਨਟ੍ਰੇਸ਼ਨ 'ਚ ਚੇਂਜ ਆ ਕਿ ਇੱਕ ਸਾਈਡ ਵਾਟਰ ਦੀ ਅਮਾਊਂਟ ਜ਼ਿਆਦਾ, ਇੱਕ ਸਾਈਡ ਘੱਟ, ਤਾਂ ਇੱਕ ਤਰ੍ਹਾਂ ਨਾਲ ਇਹ ਗ੍ਰੇਡੀਅੰਟ ਆ। ਤਾਂ ਕੋਈ ਵੀ ਚੀਜ਼ ਆ ਜਿਹੜੀ ਅਲੋਂਗ ਦਾ ਗ੍ਰੇਡੀਅੰਟ ਈਜ਼ੀਲੀ ਮੂਵ ਕਰਦੀ ਹੈ ਵਿਦਾਊਟ ਯੂਜ਼ ਆਫ ਐਨੀ ਐਨਰਜੀ। ਜਿਵੇਂ ਅਸੀਂ ਰੂਮ ਦੇ ਇੱਕ ਕਾਰਨਰ ਦੇ ਵਿੱਚ, ਠੀਕ ਹੈ, ਆਪਾਂ ਜਦੋਂ ਵੀ ਲਗਾਉਂਦੇ ਆ, ਜਿਹਨੂੰ ਅਸੀਂ ਕੈਂਡਲ ਜਾਂ ਧੂਫ ਕਹਿ ਦਿਓ, ਮੰਨ ਲਓ ਧੂਫ ਲਗਾਉਂਦੇ ਆ, ਤਾਂ ਉਹ ਜਿਹੜਾ ਧੂੰਆਂ ਵਾ, ਠੀਕ ਹੈ, ਹੌਲੀ ਹੌਲੀ ਸਾਰੇ ਕਮਰੇ ਦੇ ਵਿੱਚ ਫੈਲ ਜਾਂਦਾ ਬੇਟਾ। ਉਹ ਕੀ ਕਰ ਰਿਹਾ ਕਿ ਜਿੱਥੇ ਉਹਦੀ ਹਾਈਐਸਟ ਅਮਾਊਂਟ ਪ੍ਰੈਜੈਂਟ ਆ, ਹਾਈਐਸਟ ਕੰਸਨਟ੍ਰੇਸ਼ਨ ਪ੍ਰੈਜੈਂਟ ਆ, ਉਹ ਬਾਕੀ ਰੂਮ ਜਿੱਥੇ ਲੋਐਸਟ ਕੰਸਨਟ੍ਰੇਸ਼ਨ ਆ ਉਸ ਚੀਜ਼ ਦੀ, ਉੱਥੇ ਤੱਕ ਫੈਲਦਾ। ਦੈਟ ਇਜ਼ ਅ ਸਿੰਪਲ ਡਿਫਿਊਜ਼ਨ, ਉਹਨੂੰ ਅਸੀਂ ਟਰਮ ਬੋਲਦੇ ਹਾਂ ਬੇਟਾ, ਡਿਫਿਊਜ਼ਨ। ਜਾਂ ਜੇਕਰ ਅਸੀਂ ਵਾਟਰ, ਇਹ ਤਾਂ ਅਸੀਂ ਗੈਸਿਸ ਦੀ ਜੇ ਗੱਲ ਕਰੀਏ ਡਿਫਿਊਜ਼ਨ, ਜੇ ਅਸੀਂ ਵਾਟਰ 'ਚ ਟਰਮ ਯੂਜ਼ ਕਰਨਾ ਚਾਹੁੰਦੇ ਹਾਂ, ਉੱਥੇ ਅਸੀਂ ਟਰਮ ਯੂਜ਼ ਕਰਦੇ ਹਾਂ ਓਸਮੋਸਿਸ। ਇਹ ਸਾਰੀਆਂ ਟਰਮਸ ਤੁਹਾਨੂੰ ਰਿਪੀਟ ਹੋਣਗੀਆਂ ਯੂਨਿਟ 4th ਦੇ ਵਿੱਚ, ਪਰ ਇੱਥੇ ਅਸੀਂ ਕਰ ਰਹੇ ਹਾਂ ਕਿ ਕਿਵੇਂ ਨੋਨ ਚਾਰਜ ਜਾਂ ਵਾਟਰ ਮੋਲੀਕਿਊਲਸ ਪਾਸ ਹੁੰਦੇ ਨੇ ਅਲੋਂਗ ਦਿਸ ਲਿਪਿਡ ਬਾਈਲੇਅਰ, ਉਹ ਪਾਸ ਆਨ ਹੁੰਦੇ ਆ ਅਕੋਰਡਿੰਗ ਟੂ ਦੇਅਰ ਗ੍ਰੇਡੀਅੰਟ, ਠੀਕ ਹੈ, ਅਕੋਰਡਿੰਗ ਟੂ ਦੇਅਰ ਕੰਸਨਟ੍ਰੇਸ਼ਨ ਲੈਵਲ। ਉਹ ਆਪਣੀ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਵੱਲ ਈਜ਼ੀਲੀ ਮੂਵ ਕਰ ਜਾਂਦੇ ਆ ਵਿਦਾਊਟ ਯੂਜ਼ ਆਫ ਐਨਰਜੀ। ਬਟ ਜਿੰਨੇ ਵੀ ਚਾਰਜਡ ਮੋਲੀਕਿਊਲਸ ਨੇ ਉਹ ਬਾਈਲੇਅਰ ਦੇ ਵਿੱਚੋਂ ਪਾਸ ਨਹੀਂ ਹੋ ਸਕਦੇ ਡਾਇਰੈਕਟਲੀ, ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆ? ਪ੍ਰੋਟੀਨਸ ਦੀ। ਸੋ ਦੈਟਸ ਵਾਈ ਜੋ ਇਹ ਪਲਾਜ਼ਮਾ ਮੈਂਬਰੇਨ ਆ ਇਹ ਸਿਲੈਕਟਿਵਲੀ ਪਰਮੀਏਬਲ ਆ। ਇੱਥੇ ਬੇਟਾ ਦੋ ਤਰ੍ਹਾਂ ਦੇ ਟਰਾਂਸਪੋਰਟ ਹੁੰਦੇ ਨੇ, ਐਕਟਿਵ ਮੇਨਲੀ ਐਂਡ ਪੈਸਿਵ ਟਰਾਂਸਪੋਰਟ। ਇੱਕ ਤਾਂ ਅਸੀਂ ਸਿੰਪਲ ਡਿਫਿਊਜ਼ਨ ਕੀਤਾ ਪਿਛਲੀ ਸਲਾਈਡ ਦੇ ਵਿੱਚ, ਜੋ ਲਿਪਿਡ ਬਾਈਲੇਅਰ ਦੇ ਥਰੂ ਹੀ ਹੋ ਜਾਂਦੀ ਹੈ ਡਿਫਿਊਜ਼ਨ, ਉਹ ਵੀ ਕਿੰਨਾਂ ਦੀ? ਜੋ ਅਨਚਾਰਜਡ ਦੇ ਮੋਲੀਕਿਊਲਸ। ਜਿੰਨੇ ਵੀ ਚਾਰਜਡ ਮੋਲੀਕਿਊਲਸ ਨੇ ਦੇ ਰਿਕੁਆਇਰ ਪ੍ਰੋਟੀਨਸ, ਠੀਕ ਹੈ, ਉਹਦੇ ਅੰਡਰ ਆਉਂਦਾ ਫੈਸਿਲੀਟੇਟਿਡ ਡਿਫਿਊਜ਼ਨ। ਇਹ ਕੋਈ ਵੀ ਪ੍ਰੋਟੀਨ ਅਕੋਰਡਿੰਗ ਟੂ ਗ੍ਰੇਡੀਅੰਟ ਫੈਸਿਲੀਟੇਟ ਕਰਦਾ ਕਿਸੇ ਚੀਜ਼ ਦੀ ਮੂਵਮੈਂਟ ਨੂੰ, ਠੀਕ ਹੈ। ਮੰਨ ਲਓ ਇੱਥੇ ਮੋਲੀਕਿਊਲ ਪ੍ਰੈਜੈਂਟ ਆ, ਠੀਕ ਹੈ, ਇੱਧਰਲੀ ਸਾਈਡ ਉਹਦੀ ਹਾਇਰ ਕੰਸਨਟ੍ਰੇਸ਼ਨ ਆ, ਇੱਧਰ ਲੋਅਰ ਕੰਸਨਟ੍ਰੇਸ਼ਨ, ਤਾਂ ਉਹਨੇ ਮੂਵ ਤਾਂ ਕਰਨਾ ਅਲੋਂਗ ਦਾ ਗ੍ਰੇਡੀਅੰਟ, ਬਟ ਉਹ ਲਿਪਿਡ ਬਾਈਲੇਅਰ 'ਚੋਂ ਪਾਸ ਨਹੀਂ ਕਰ ਸਕਦਾ। ਉਹਦੀ ਮੂਵਮੈਂਟ ਨੂੰ ਫੈਸਿਲੀਟੇਟ ਕਰਨਗੇ ਜੋ ਇਹ ਇੰਟੈਗਰਲ ਪ੍ਰੋਟੀਨਸ ਪ੍ਰੈਜ਼ੈਂਟ ਨੇ ਲਿਪਿਡ ਬਾਈਲੇਅਰ ਦੇ ਵਿੱਚ। ਹੁਣ ਦੂਸਰੇ ਪਾਸੇ ਆਉਂਦਾ ਕੁਛ ਕੁ ਮੋਲੀਕਿਊਲਸ ਜਾਂ ਆਇਨਸ ਇਸ ਬਾਈਲੇਅਰ ਦੇ ਵਿੱਚੋਂ ਪਾਸ ਔਨ ਕਰਦੇ ਨੇ ਥਰੂ ਪ੍ਰੋਟੀਨਸ, ਬਟ ਅਗੇਂਸਟ ਦੇਅਰ ਗ੍ਰੇਡੀਅੰਟ, ਠੀਕ ਹੈ, ਕਿ ਉਹਨਾਂ ਨੇ ਆਪਣੀ ਲੋ ਕੰਸਨਟ੍ਰੇਸ਼ਨ ਤੋਂ ਹਾਈ ਕੰਸਨਟ੍ਰੇਸ਼ਨ ਵੱਲ ਮੂਵ ਕਰਨਾ। ਦੇਖੋ ਆਪਾਂ ਕਿਹਾ ਕਿ ਹਾਈ ਟੂ ਲੋ ਤਾਂ ਕੋਈ ਵੀ ਮੋਲੀਕਿਊਲ ਈਜ਼ੀਲੀ ਪਾਸ ਔਨ ਕਰ ਜਾਂਦਾ, ਠੀਕ ਹੈ, ਬਟ ਲੋ ਟੂ ਹਾਈ ਮੂਵ ਕਰਨਾ ਉਹ ਫਿਰ ਉਹਦੇ ਲਈ એનર્ਜੀ ਦੀ ਜ਼ਰੂਰਤ ਪੈਂਦੀ ਆ। ਉਹ એનર્ਜੀ ਪ੍ਰੋਵਾਈਡ ਕਰਾਉਂਦਾ ATP, ਮੇਨਲੀ એનર્ਜੀ ਸੋਰਸ ਆ ਜੋ ਆਰਗੇਨਿਜ਼ਮ ਨੇ ATP ਹੀ ਹੈ, ਠੀਕ ਹੈ। ਤਾਂ ATP ਐਡੀਨੋਸਿਨ ਟ੍ਰਾਈਫਾਸਫੇਟ ਮੋਲੀਕਿਊਲ ਆ। ਇਹ ਮੋਲੀਕਿਊਲ ਜਦੋਂ ਬ੍ਰੇਕ ਕਰਦਾ ਤਾਂ ਬਹੁਤ ਹਾਈ એનર્ਜੀ ਰਿਲੀਜ਼ ਹੁੰਦੀ ਆ, ਤਾਂ ਇਹ એનર્ਜੀ ਯੂਟੀਲਾਈਜ਼ ਕੀਤੀ ਜਾਂਦੀ ਆ ਇਹੋ ਜਿਹੇ ਮੋਲੀਕਿਊਲਸ ਦੀ ਮੂਵਮੈਂਟ ਲਈ, ਠੀਕ ਹੈ। ਤਾਂ ਇੱਥੇ ਇਹ ਰੋਮਬਸ ਸ਼ੇਪ ਜੋ ਮੋਲੀਕਿਊਲਸ ਦਿਖਾਏ ਨੇ ਇਹ ਐਕਟਿਵ ਟਰਾਂਸਪੋਰਟ ਹੈ, ਠੀਕ ਹੈ। ਜਿੱਥੇ એનર્ਜੀ ਦੀ ਰਿਕੁਆਇਰਮੈਂਟ ਆ ਉਹਨੂੰ ਅਸੀਂ ਐਕਟਿਵ ਟਰਾਂਸਪੋਰਟ ਬੋਲਦੇ ਹਾਂ। ਤਾਂ ਇਹ ਸੀਗੇ ਪਲਾਜ਼ਮਾ ਮੈਂਬਰੇਨ ਦੇ ਜਨਰਲ ਜੋ ਰੋਲ ਆ, ਉਹਦਾ ਫੰਕਸ਼ਨ ਆ। ਨੈਕਸਟ ਬੇਟਾ ਆਉਂਦਾ ਸਾਡੇ ਕੋਲੇ ਸੈੱਲ ਵਾਲ। ਹੁਣ ਅਸੀਂ ਕਿਹਾ ਕਿ ਪਲਾਂਟ ਸੈੱਲ ਹੈ ਜਿਹੜਾ that differs from animal cell in presence of cell wall। ਤਾਂ ਪਲਾਂਟ ਸੈੱਲ ਮੈਂਬਰੇਨ ਦੇ ਆਲੇ ਦੁਆਲੇ ਇੱਕ ਵਾਲ ਵੀ ਪ੍ਰੈਜੈਂਟ ਹੁੰਦੀ ਹੈ। ਸੈੱਲ ਵਾਲ ਨॉन ਲਿਵਿੰਗ ਸਟਰਕਚਰ ਹੁੰਦਾ ਬੇਟਾ। ਇਟ ਫਾਰਮਸ ਦਾ ਆਊਟਰ ਕਵਰਿੰਗ ਇਨ ਫੰਜਾਈ ਐਂਡ ਆਲ ਪਲਾਂਟਸ, ਠੀਕ ਹੈ। ਸੈੱਲ ਵਾਲ ਦਾ ਰੋਲ ਕੀ ਆ? ਦੈਟ ਗਿਵ ਸ਼ੇਪ ਟੂ ਦਾ ਸੈੱਲ, ਉਹ ਸ਼ੇਪ ਪ੍ਰੋਪਰ ਸ਼ੇਪ ਪ੍ਰੋਵਾਈਡ ਕਰਾਉਂਦਾ, and also protect the cell from damage and infection। it also help the cell in cell to cell interaction, ठीक है। दो cell आपस ਦੇ ਵਿੱਚ interact ਕਰਦੇ ਨੇ, that interaction is also facilitated by cell wall। ਹੁਣ ਜੋ cell wall ਆ ਅਸੀਂ ਜਨਰਲ ਜੋ ਤੁਹਾਡੀ ਸਿਲੇਬਸ ਦੇ ਵਿੱਚ ਹੈ, ਠੀਕ ਹੈ, ਇੱਥੇ ਇਹਦੇ ਫੰਕਸ਼ਨ ਨੇ। it bonds with
other cell walls to form structure of the plant. ਤੇ ਇਹਦੇ 'ਚ ਅਸੀਂ 3 ਪਾਰਟਸ ਕਰਦੇ ਨੇ। ਸੈੱਲ ਵਾਲ ਆ ਜਿਹੜੀ ਫਰਦਰ ਡਿਵਾਈਡਡ ਇਨਟੂ 3 ਲੇਅਰਸ, ਪ੍ਰਾਇਮਰੀ, ਸੈਕੰਡਰੀ, ਠੀਕ ਹੈ। ਤੇ ਇਨ ਬਿਟਵੀਨ ਉਹਨਾਂ ਦੇ ਪ੍ਰੈਜ਼ੈਂਟ ਹੁੰਦਾ ਮਿਡਲ ਲੈਮੇਲਾ, ਠੀਕ ਹੈ। ਤਾਂ ਮਿਡਲ ਲੈਮੇਲਾ ਜਿਹੜਾ ਮੇਨਲੀ ਬੇਟਾ ਬਣਿਆ ਹੁੰਦਾ ਕੈਲਸ਼ੀਅਮ ਪੈਕਟੇਟ ਦਾ, ਠੀਕ ਹੈ। ਕੈਲਸ਼ੀਅਮ ਪੈਕਟੇਟ ਇਹ ਇੰਪੋਰਟੈਂਟ ਹੈ, ਇਹਦੇ 'ਚ ਯਾਦ ਰੱਖਣ ਵਾਲੀ ਚੀਜ਼ ਕਿ ਮਿਡਲ ਲੈਮੇਲਾ ਜਿਹੜਾ ਪਲਾਂਟ ਦਾ ਕਿਸ ਚੀਜ਼ ਦਾ ਬਣਿਆ ਹੁੰਦਾ, ठीक है। इट होल्ड्स द डिफरेंट नेबरिंग सैल्स टुगैदर। जो कैल्शियम पैक्टेट आ ये होल्ड करके रखदा सब नू। सो हुण ये सीगा बेटा प्लांट सैल दे विच प्रेजेंट हुंदी है सैल वॉल, एनीमल सैल दे विच ये एबसेंट हुंदी है। नैक्सट स्टूडेंट्स असीं डिस्कस करना एंडोमैम्ब्रेन सिस्टम। एंडोमैम्ब्रेन सिस्टम असीं क्या यूकैरियोटिक सैल दे विच various types of membrane bound organelles are present and some of its organelles functions are coordinated with each other and they form endomembrane system. What they include? They include endoplasmic reticulum, Golgi complex, lysosomes and vacuoles. So one by one ਅਸੀਂ endomembrane system ਦੇ ਜੋ organelles ਨੇ study ਕਰਾਂਗੇ। पर उस तो पहला असी एक जनरल आइडिया लिए कि हाउ देयर फंक्शन इज कोऑर्डिनेटेड, तो उत्थों सानू क्लीयर हो जाऊगा। फिर स्ट्रक्चर पढ़न च भी सानू जो मुश्किल नहीं आऊगी, असी उन्होंने ईजीली एक्साइटिंग वे नाल लर्न कर सकते हैं। तो सब तो पहला असी देखिए फंक्शन किमें कोऑर्डिनेटेड आ। देखो जो एंडोप्लाज्मिक रेटिक्यूलम हुंदा दैट मे कंटेन राइबोसोम ऑन इट। राइबोसोम ऑलरेडी असी कर चुके हैं प्रोटीन फैक्टरी ऑफ द सैल प्रोकैरियोटिक सैल दे अंडर, ठीक है। प्रोकैरियोटिक सैल दे विच ओही एक ऑर्गेनली प्रेजेंट आ विच लैक्स एनी मैम्ब्रेन, ठीक है। असी कहने ना मैम्ब्रेन बाउंड ऑर्गेनलीज आर एबसेंट इन प्रोकैरियोट, सिर्फ एक राइबोसोम ही उहदे विच प्रेजेंट हुंदी है। तो राइबोसोम यूकैरियोटिक सैल च भी प्रेजेंट है। ईआर दे उत्ते लाई ईआर ਦੇ ਉੱਪਰ ਵੀ ਲਾਈ ਕਰਦੀਆਂ ਨੇ, ਵੈਸੇ ਜਨਰਲ ਸਾਈਟੋਪਲਾਜ਼ਮ 'ਚ ਵੀ ਲਾਈ ਕਰਦੀਆਂ ਨੇ। ਤਾਂ ਰਫ ਈਆਰ ਨੇ ਜਿਨ੍ਹਾਂ ਦੇ ਉੱਤੇ ਰਾਈਬੋਸੋਮਸ ਪ੍ਰੈਜ਼ੈਂਟ ਨੇ, ਸੋ ਦੇ ਮੇਕ ਮੇਨਲੀ ਐਂਡ ਪੈਕੇਜ ਪ੍ਰੋਟੀਨਸ ਜੋ ਰਫ ਈਆਰ ਨੇ। दूसरी साइड स्मूथ ईआर ने विच लैक राइबोसोम, दे मेक लिपिड्स एंड स्टोर आइंस। हुण देखो इन्हां तो जो मटीरियल आ पास ऑन होगा थ्रू वैसिकल्स, ट्रांसपोर्ट वैसिकल्स दे थ्रू टू गोल्जी अपरेटस। हुण गोल्जी अपरेटस ने की काम करना, इट विल मॉडिफाई एंड रीपैकेज द मटीरियल, ठीक है। मॉडिफाई करना इन्हें मटीरियल नूं ते नाल ही इस दे विचों जो फूड पार्टिकल्स ने दैट विल बी डाइजेस्टेड बाय लाइजोसोम, ठीक है। नैक्सट जो ऑर्गेनली है वो उन्होंने डाइजेस्ट करोगे। तो एंडोमैम्ब्रेन सिस्टम च मेन ऑर्गेनलीज ने जड़ियाँ जिन्हों का फंक्शन एक दूजे नाल कोऑर्डिनेटेड आ। चौथी जो मेन ऑर्गेनली है वैक्यूल, ठीक है, दैट इज़ अ मैम्ब्रेन बाउंड स्पेस इन साइटोप्लाज्म। उहदे च वाटर सैप वगैरह प्रेजेंट हुंदा, असी जो इंडिविजुअल ऑर्गेनली करनी है उहदे च करांगे। तो इत्थों क्लीयर हो गया होना सानू, ठीक है, कि एंडोमैम्ब्रेन सिस्टम का फंक्शन किमें कोऑर्डिनेटेड है। नैक्सट असी वन बाय वन ऑर्गेनली स्टडी करनी है। नंबर 1 is endoplasmic reticulum. Their structure is mainly tubular and they are scattered in cytoplasm. There are two types of endoplasmic reticulum, RER rough, SER is smooth type. Rough, we already discussed, they have ribosomes on their surface and function they involve in protein synthesis and its secretion. Smooth ER does not bear any ribosome. They are involved in lipid synthesis and steroidal hormones formation. देखो जो ER जो एंडोप्लाज्मिक रेटिक्यूलम that is a continuous membranous system from nuclear envelope। जो न्यूक्लियस के आले दुआले एनवेलप आ उत्थों ही कंटिन्यू हुंदा, ठीक है, दैट कंटिन्यूस विद आउटर मैम्ब्रेन ऑफ न्यूक्लियस, ठीक है। ये इन्हां दा रोल सी। नैक्सट है ऑर्गेनली गोल्जी अपरेटस। गोल्जी apparatus was first observed by Camillo Golgi, that's why its name is Golgi apparatus।
in 1898. It is also present near the nucleus. Now what it consists of? It consists of flat disc shaped structure which are called as cisternae. ठीक है, डिस्क शेप स्ट्रक्चर प्रेजेंट होंगे ने, इधर सानू डायग्राम तो क्लियर होगा, विच आर कॉल्ड एज सिस्टरने, एंड they are 0.5 micrometer to 1 micrometer in diameter. They are stacked parallel to each other. ठीक है, सिस्टरने ने एक दूजे के पैरल ही अरेंज ने. ਹੁਣ ਇਹ 'ਚ ਇੰਪੋਰਟੈਂਟ ਕੀ ਹੈ ਕਿ ਜੋ ਗੋਲਜੀ ਸਿਸਟਰਨੇ ਨੇ ਦੇ ਆਰ ਅਰੇਂਜਡ ਨੀਅਰ ਨਿਊਕਲੀਅਸ, ਤੇ ਨਿਊਕਲੀਅਸ ਵਾਲੀ ਸਾਈਡ ਇਸ ਦੇ ਜੋ ਉਸ ਨੂੰ ਬੋਲਿਆ ਜਾਂਦਾ ਸਿਸ ਫੇਸ. ਠੀਕ ਹੈ, ਦੂਸਰੇ ਸਾਈਡ ਨੂੰ ਬੋਲਿਆ ਜਾਂਦਾ ਬੇਟਾ ਟਰਾਂਸ ਫੇਸ. ਤਾਂ ਸਿਸ ਫੇਸ ਕੀ ਆ? ਫਾਰਮਿੰਗ ਫੇਸ. ਠੀਕ ਹੈ, ਤੇ ਜੋ ਟਰਾਂਸ ਫੇਸ ਆ ਜੋ ਮੇਨਲੀ ਕਨਕੇਵ ਆ ਇਨ ਨੇਚਰ. ਠੀਕ ਹੈ, ਉਹਦੀ ਸਰਫੇਸ ਕਨਕੇਵ ਲੱਗਦੀ ਆ, that is called as trans phase or the maturing phase. ठीक है, दो नाम ने. maturing phase है इधरली साइड ते nucleus वाली साइड है forming phase. ਤਾਂ forming phase ਦੇ ਨਾਲ ਜੋ ਟਰਾਂਸਪੋਰਟ ਵੈਸੀਕਲਸ ਅਸੀਂ ਪਹਿਲਾਂ ਡਾਇਗਰਾਮ 'ਚ ਦੇਖਿਆ ER ਤੋਂ ਆਉਣਗੇ ਉਹਦੇ ਨਾਲ ਫਿਊਜ਼ ਕਰਨਗੇ ਤੇ ਟਰਾਂਸ ਫੇਸ ਤੋਂ. ਠੀਕ ਹੈ, that is maturing phase, ਉੱਥੋਂ secretory vesicles ਨਿਕਲ ਕੇ ਲਾਈਜ਼ੋਸੋਮਸ ਦੇ ਨਾਲ ਅਟੈਚ ਕਰਨਗੀਆਂ ਜਾਂ ਪਲਾਜ਼ਮਾ ਮੈਂਬਰੇਨ ਨਾਲ ਫਿਊਜ਼ ਕਰਨਗੀਆਂ. ਠੀਕ ਹੈ, ਹੁਣ ਫਿਰ ਪਿੱਛੇ ਚੱਲੀਏ ਆਪਾਂ. ਹੁਣ what they consist of? Now you will know that flat disc shaped sac or cisternae which are stacked parallel to each other. What is the function of Golgi apparatus? It performs the function of packaging of materials and their transportation. A number of proteins synthesized by ribosomes. ठीक है, राइबोसोम तो जो synthesize होंगे ने which pass on through endoplasmic reticulum, they are modified in cisternae of Golgi apparatus. It is also a site of synthesis of glycoproteins and glycolipids. जो ਅਸੀਂ glycoproteins plasma membrane ਦੇ structure 'ਚ ਵੀ ਕੀਤੇ. ठीक है, ਉਹਨਾਂ ਦੀ formation ਹੁੰਦੀ, and that's why they also play a role in cell plate formation. ਜਦੋਂ plant ਦੇ cell, ਠੀਕ ਹੈ, ਜਾਂ ਕੋਈ ਵੀ ਸੈੱਲ ਡਿਵਾਈਡ ਕਰਨ ਤੋਂ ਬਾਅਦ ਇਨ ਬਿਟਵੀਨ ਜੋ ਉਹਨਾਂ ਦੇ ਵਾਲ ਬਣਦੀ ਹੈ ਦੈਟ ਇਜ਼ ਸੈੱਲ ਪਲੇਟ, ਉਸ ਦੀ ਫਾਰਮੇਸ਼ਨ 'ਚ ਵੀ ਇਹ ਰੋਲ ਪਲੇ ਕਰਦੇ ਆ. ਹੁਣ ਨੈਕਸਟ ਹੈ ਸਾਡੇ ਕੋਲ ਬੇਟਾ ਆਰਗੈਨਲੀ, that is lysosome. ठीक है, lysosomes they are membrane bound vesicular structure. vesicular structure आप पहला भी डिस्कस किया, तीन तरह के स्ट्रक्चर ਅਸੀਂ स्टडी करते हैं हर बारी, vesicular, tubular and lamellate. ठीक है, तो जो lysosome ने they are mainly vesicular structure which are formed by process of packaging in Golgi apparatus. And what are lysosomes? They are rich in hydrolytic enzymes, lipases, proteases, carbohydrates. ठीक है, तो इन्ना सारियां दी digestion role play करदा lysosome. And they are mostly active at acidic pH. Enzymes, they are capable of digesting carbohydrates, proteins, lipids and nucleic acid. This is the role of lysosome. Next बेटा साडी लास्ट एंडोमैम्ब्रेन सिस्टम दा पार्ट. पहला इत्थे लाइसोसोम असीं ऑब्जर्व कर लईए सैल दे विच कित्थे प्रेजेंट हुंदा. ठीक है, सो दीज आर लाइसोसोम्स एंड दिस इज किवें ਉਹ फैगोसाइटोसिस ਦਾ रोल प्ले करदा लाइसोसोम दे अंदर. ठीक है, कोई भी जो सैल दे अंदर कोई भी बैक्टीरिया या कोई भी पैथोजन एंटर करता, then lysosome form phagosome and they are phagosome fuse with lysosome and lysosomes जो hydrolytic enzymes ने they will digest that particles and the debris is removed from the cell. ठीक है, and that process is called as exocytosis. ਅਸੀਂ ਇੰਨੀ डिटेल नहीं करनी है, जनरल ਤੁਹਾਨੂੰ शो किया कि लाइसोसोम्स ये भी रोल प्ले करते हैं. लास्ट है वैक्यूल्स. What are vacuoles? They are membrane bound space found in cytoplasm. What it contains? It contains mainly water, sap and excretory product.
they are bound by single membrane which is known as tonoplast. Important word है, membrane of vacuole is called tonoplast, and in plant cells vacuoles occupy 90% of the volume of cell. Plant cell ਦੇ ਵਿੱਚ vacuoles बहुत ਵੱਡੇ ਸਾਈਜ਼ ਦੇ ਹੁੰਦੇ ਨੇ, ਐਨੀਮਲ ਸੈਲ ਦੇ ਵਿੱਚ small ਸਾਈਜ਼ ਦੇ ਹੁੰਦੇ ਨੇ. And in plants that tonoplast जो कि covering a vacuole ਦੀ that facilitate the transport of number of ions and materials across the vacuole. And what role they play? The vacuole may be a contractile vacuole or a food vacuole. In many organisms they maintain the osmoregulation, जो आपका कह देते हैं solute concentration of the cell, and also for example in amoeba जो contractile vacuola that play role in excretion. And in protist food vacuoles are present. They are formed by engulfing food particles. The protists ਦੇ ਵਿੱਚ food vacuoles present ਹੁੰਦੇ ਨੇ. So that was all about endomembrane system. Here is the animation showing how endomembrane system work together. Here you can say endoplasmic reticulum, and they transport their material through transport vesicule which fuse with the cis phase of Golgi apparatus. Okay, this is Golgi apparatus. Then from Golgi apparatus again just the excretory vesicles, they leave the Golgi apparatus which fuse with, which form lysosome and fuse with phagosome. Okay, that phagosome we have already done here. Here is phagosome and lysosome fuse with it to digest its contents, because lysosome contain hydrolytic enzymes in it. I hope you understand the whole structure of endomembrane system. ਤੇ ਹੁਣ ਤੁਸੀਂ ਕਦੇ ਇਹ ਨਹੀਂ ਭੁੱਲਣਾ ਕਿ ਐਂਡੋਮੈਂਬਰੇਨ ਸਿਸਟਮ ਦੇ ਅੰਡਰ ਜਿੰਨੀਆਂ ਵੀ ਔਰਗੈਨਲੀਜ਼ ਨੇ ਉਹਨਾਂ ਦਾ ਫੰਕਸ਼ਨ ਇੱਕ ਦੂਜੇ ਨਾਲ ਕੋਆਰਡੀਨੇਟਡ ਹੈ. ਠੀਕ ਹੈ, ਤੇ ਹੈ ਇਹ ਡਿਫਰੈਂਟ ਟਾਈਪ ਦੇ ਔਰਗੈਨਲੀਜ਼. ਇਹ ਸਿੰਗਲ ਔਰਗੈਨਲੀ ਨਹੀਂ ਹੈ, ਬਟ ਇਹਨੂੰ ਟੋਟਲ ਸਾਰੀਆਂ ਔਰਗੈਨਲੀਜ਼ ਇਕੱਠੇ ਕਰਕੇ ਬੋਲਦੇ ਆ ਐਂਡੋਮੈਂਬਰੇਨ ਸਿਸਟਮ. ਤਾਂ ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ. So that's all about today's topic. Thanks and have a nice day ahead.